ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਨਸਵਰ ਦਿਹ ਪਦਾਰਥ ਜੀਤੀ, ਮੈਂ ਮੇਰੀ ਤਜ ਦੇਹੋ ਇਨੇਤੀ। ਨਸਵਰ ਦੇਹ ਪਦਾਰਥ ਜੀਤੀ, ਮੈਂ ਮੇਰੀ ਤਜ ਦੇਹੋ ਇਨੇਤੀ। ਸਤਨਾਮ ਸਿਰੇ ਵਾਹਿਗੁਰੂ ਜੀ। ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ, ਬਿਨ ਤੇਲ ਮਿਲ ਜੈਸੇ ਕੇ ਸੋ ਪਿਆਨ ਹੈ। ਜੈਸੇ ਬਿਨ ਮਾਂਜੇ ਦਰਪਨ ਜੋਤਹੀਨ ਹੋਤ, बर का विहोण जैसे खेत में न थान है। जैसे बिन दीपक भवन अंधकार होत, लोने घृत बिन जैसे भोजन समान है। तैसे बिन साध संगत जन्म मरण दुख, मिटत न भ्रम भय बिन घोर ज्ञान है। ਏਕ ਓੰਕਾਰ ਸਤਿਗੁਰ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤੰਨੇ, ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਾਂ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਵੀ ਕਿਤੇ ਜਿਹੜੇ ਸੰਡਾ ਔਰ ਮਰਕਾ ਇਹ ਦੈਂਤਾਂ ਦੇ ਲੜਕਿਆਂ ਨੂੰ ਪਾਠਸ਼ਾਲਾ ਦੇ ਵਿੱਚ ਪੜ੍ਹਾਇਆ ਕਰਦੇ, ਜਦੋਂ ਦੇਖਿਆ ਵੀ ਉਹ ਤਾਂ ਹੁਣ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗ ਗਏ ਹਨ, ਉਸ ਵਕਤ ਹੋਰ ਜੋ ਵੀ ਬੜੇ ਛੋਟੀ ਵੱਡੀ ਉਮਰ ਦੇ ਬੱਚਿਆਂ ਨੇ ਆ ਕੇ ਭਗਤ ਪ੍ਰਹਿਲਾਦ ਜੀ ਦੇ ਪਾਸ ਬਹਿ ਜਾਣਾ। ਉਹ ਫਿਰ ਇਹਨਾਂ ਨੂੰ ਭਗਤੀ ਦੇ, ਵੈਰਾਗ ਦੇ, ਗਿਆਨ ਦੇ ਬੜੇ ਬਚਨ ਸੁਣਾਇਆ ਕਰਦੇ ਸੀ। ਇੱਕ ਦਿਨ ਉਹਨਾਂ ਬਾਲਕਿਆਂ ਨੇ ਪੁੱਛਿਆ, ਭਗਤ ਪ੍ਰਹਿਲਾਦ ਜੀ ਸਾਨੂੰ ਇਹ ਦੱਸੋ ਵੀ ਦੇਖੋ ਆਪਾਂ ਪਾਠਸ਼ਾਲਾ ਦੇ ਵਿੱਚ ਸਾਰੇ ਇਕੱਠੇ ਹੀ ਪੜ੍ਹਦੇ ਹਨ, ਨਾ ਤਾਂ ਤੁਹਾਡੇ ਪਾਸ ਕੋਈ ਐਸਾ ਰਿਸ਼ੀ ਮੁਨੀ ਸਾਧੂ ਮਹਾਤਮਾ ਖੁਦਾ ਦਾ ਪਿਆਰਾ ਆਇਆ ਹੀ ਨਹੀਂ, ਨਾ ਕਦੇ ਤੁਸੀਂ ਕਿਸੇ ਮਹਾਂਪੁਰਖ ਦੀ ਸੰਗਤ ਵੀ ਨਹੀਂ ਕੀਤੀ, ਪਰ ਇਹ ਗਿਆਨ ਤੁਹਾਨੂੰ ਕਿਸ ਥਾਂ ਤੋਂ ਪ੍ਰਾਪਤ ਹੋਇਆ। ਸੁਣ ਕਰਕੇ ਭਗਤ ਪ੍ਰਹਿਲਾਦ ਜੀ ਨੇ ਸਾਰੀ ਹਕੀਕਤ ਇਹਨਾਂ ਬਾਲਕਿਆਂ ਨੂੰ ਸਮਝਾਈ ਵੀ ਜਦੋਂ ਮੇਰਾ ਪਿਤਾ ਪੁਰਾਣੀਆਂ ਬੀਆਵਾਨਾਂ ਜੰਗਲਾਂ 'ਚ ਬੜੀ ਘੋਰ ਤਪੱਸਿਆ ਦੇ ਵਿੱਚ ਕਰਨ ਵਾਸਤੇ ਚਲਿਆ ਗਿਆ ਸੀ। 33 ਕਰੋੜ ਦੇਵਤੇ ਦੇ ਮਾਲਕ ਇੰਦਰ ਨੇ ਦੇਖਿਆ ਵੀ ਇਹਦੀ ਰਾਜਧਾਨੀ ਤਾਂ ਹੁਣ
ਖਾਲੀ ਪਈ ਹੈ ਨਾ, ਬਹੁਤ ਸਾਰੀ ਉਹਨੇ ਸੈਨਾ ਇਕੱਠੀ ਕਰ ਲਈ ਦੇਵਤਿਆਂ ਦੀ, ਆ ਕਰਕੇ ਰਾਖਸ਼ਾਂ ਦੇ ਉੱਪਰ ਹਮਲਾ ਕਰਤਾ। ਪਹਿਲਾਂ ਤਾਂ ਇਹਨਾਂ ਨੇ ਵੀ ਆਪਣੇ ਵੱਲੋਂ ਵੱਡੇ ਵੱਡੇ ਤਰਸੂਲ, ਗਦਾ, ਨਾਨਾ ਪ੍ਰਕਾਰ ਦੇ ਸਾਸਤਰ ਚਲਾਏ ਸਨ, ਪਰ ਉਹਨਾਂ ਨੇ ਕੋਈ ਵਿਸ਼ੇਸ਼ ਆਪਣਾ ਜਿਹੜਾ ਰੰਗ ਨਾ ਦਿਖਾਇਆ। ਇੰਦਰ ਨੇ ਉਸ ਸਮੇਂ ਇਹੋ ਜਿਹਾ ਆਪਣਾ ਬਜ਼ਰ ਨਾਮ ਦਾ ਚਲਾਇਆ ਨਾ ਸਾਸਤਰ, ਦੈਂਤਾ ਰਾਖਸ਼ਾਂ ਦੀ ਸੈਨਾ ਦੇ ਉੱਪਰ ਸਾਰਿਆਂ ਨੂੰ ਉਸੇ ਵਕਤ ਭਾਜੜ ਪੈ ਗਈ। ਜਦੋਂ ਦੇ ਲਿਆ ਵੀ ਹੁਣ ਇੱਥੇ ਅਸੀਂ ਇਹਨਾਂ ਦੇ ਉੱਪਰ ਪ੍ਰੇਤ ਪ੍ਰਾਪਤ ਕਰ ਲਈ ਹੈ, ਮੇਰੀ ਮਾਤਾ ਕਿਆਦੂ ਨੂੰ ਉਸ ਸਮੇਂ ਇੰਦਰ ਨੇ ਬੰਦੀ ਬਣਾ ਲਿਆ। ਸੋਚਿਆ ਵੀ ਜਿਹੜਾ ਇਹਦੇ ਵਿੱਚ ਪੈੜ ਚੋਂ ਬੱਚਾ ਪੈਦਾ ਹੋਊ, ਬਸ ਜਨਮ ਲੈਣ ਮੌਕੇ ਉਸੇ ਵਕਤ ਉਹਨੂੰ ਖਤਮ ਕਰ ਦੇਣਾ। ਪਰ ਅਚਾਨਕ ਹੀ ਨਾਰਦ ਮੁਨੀ ਜੀ ਦਾ ਹੋਇਆ ਮਿਲਾ, ਪੁੱਛਿਆ ਇੰਦਰ ਆ ਅਵਲਾ ਨੂੰ ਤੈਂ ਕਾਹਦੇ ਵਾਸਤੇ ਬੰਦੀ ਬਣਾਇਆ ਹੋਇਆ ਨਾ, ਦੱਸਦਾ ਸੀ। ਕਹਿਣ ਲੱਗਾ ਹੈ ਰਖੀਸ਼ਰ, ਜਿਹੜਾ ਇਹਦੇ ਉਧਰ ਤੋਂ ਬੱਚਾ ਪੈਦਾ ਹੋਊ, ਬਸ ਉਹਨੂੰ ਅਸੀਂ ਨਾਲ ਦੀ ਨਾਲ ਖਤਮ ਕਰ ਦਿਆਂਗੇ। ਸੁਣ ਕਰਕੇ ਨਾਰਦ ਮੁਨੀ ਜੀ ਨੇ ਸਮਝਾਇਆ, ਕਹਿਣ ਲੱਗਿਆ ਤੂੰ ਕਿਹੜੇ ਬਾਗ ਦੀ ਮੋਲੀ ਹੈ, ਉਸ ਬਾਲਕੇ ਨੂੰ ਕੋਈ ਵੀ ਧਰਤੀ ਦੇ ਉੱਪਰ ਮਾਰਨ ਵਾਲਾ ਤਾਂ ਜੰਮਿਆ ਨਹੀਂ, ਉਹਨੇ ਤਾਂ ਆਪਣੀ ਬਿਰਤੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੋੜੀ ਹੋਈ ਹੈ। ਕਹਿਣ ਲੱਗੇ ਉਸ ਬੱਚੇ ਨੇ ਤੁਹਾਡੀ ਆਪ ਰੱਖਿਆ ਕਰਨੀ ਹੈ, ਜਿਹਨੂੰ ਤੋਂ ਹੁਣੇ ਹੀ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗ ਪਏ ਹੈ। ਉਸੇ ਬਾਤ ਕਿਆਦੂ ਜੀ ਨੂੰ ਨਾਰਦ ਮੁਨੀ ਜੀ ਆਪਣੇ ਆਸ਼ਰਮ ਦੇ ਉੱਪਰ ਲੈ ਕੇ ਚਲੇ ਗਏ। ਕਹਿਣ ਲੱਗੇ ਧੀਏ, ਇੱਥੇ ਬੇਫਿਕਰ ਹੋ ਕਰਕੇ ਜਿਤਨਾ ਮਰਜੀ ਟਾਈਮ ਬਤੀਤ ਕਰ ਲੈ, ਜਦੋਂ ਤੇਰਾ ਪਤੀ ਆ ਗਿਆ ਰੋਈਆ ਬੀਆਵਾ ਨਾਲ ਚੁੱਤ ਪੱਸਿਆ ਕਰਕੇ ਫਿਰ ਮੈਂ ਤੁਹਾਨੂੰ ਮਾਂ ਤੇ ਪੁੱਤ ਇਕੱਠਿਆਂ ਨੂੰ ਉਹਦੇ ਹਵਾਲੇ ਕਰ ਦੇਣਾ ਹੈ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਉੱਥੇ ਹੀ ਜਦੋਂ ਰੋਜ਼ ਦੀ ਰੋਜ਼ ਨਾਰਦ ਮੁਨੀ ਜੀ ਨੇ ਹੱਸੇ, ਪਰਮਾਰਥੀ ਬਚਨ ਸੁਣੇ ਨਾ। ਮੇਰੇ ਮਨ ਦੇ ਉੱਪਰ ਮਾਤਾ ਦੇ ਉਦਰ ਦੇ ਵਿੱਚ ਹੀ ਬੜਾ ਗਹਿਰਾ ਅਸਰ ਹੋ ਗਿਆ ਵੀ ਉਹ ਜਿਹੜਾ ਹੁਣ ਵਾਹਿਗੁਰੂ ਦਾ ਨਾਮ ਮੈਥੋਂ ਕਦੇ ਵੀ ਛੱਡਿਆ ਨਹੀਂ ਜਾਂਦਾ। ਸੁਣ ਕਰਕੇ ਸਾਰੇ ਬੜੇ ਹੈਰਾਨ ਹੋ ਗਏ ਸਨ। ਜਦੋਂ ਉਧਰੋਂ ਹਰਨਾਕਸ਼ ਨੂੰ ਲੱਗਿਆ ਪਤਾ ਵੀ ਇਹ ਤਾਂ ਉਸੇ ਤਰ੍ਹਾਂ ਵਿਸ਼ਨੂੰ ਭਗਵਾਨ ਦੀ ਉਪਾਸਨਾ ਦੇ ਵਿੱਚ ਜੁੜਿਆ ਹੋਇਆ। ਇਹਦੇ ਮਨ ਦੇ ਵਿੱਚ ਇਹੋ ਜਾਣੋ ਵੀ ਜਿਵੇਂ ਵੱਡੇ ਵੱਡੇ ਜਿਹੜੇ ਭਾਂਬੜ ਕ੍ਰੋਧ ਔਰ ਗੁੱਸੇ ਦੇ ਪੈਦਾ ਹੋਣ ਲੱਗ ਜਾਂਦੇ ਸਨ। ਕਹਿਣ ਲੱਗਿਆ ਪਿਤਾ ਜੀ, ਜਿਹੜੀ ਸੇਵਾ ਕਹੋ ਉਹ ਮੈਂ ਜ਼ਰੂਰ ਤੁਹਾਡੀ ਕਰ ਦਿਉ, ਪਰ ਆ ਜਿਹੜਾ ਪਰਮਾਤਮਾ ਦਾ ਨਾਮ ਇਹ ਤਾਂ ਮੈਂ ਕਿਸੇ ਵੀ ਸ਼ਰਤ ਦੇ ਉੱਪਰ ਛੱਡ ਨਹੀਂ ਸਕਦਾ। ਇਹ ਜਿਹੜੀਆਂ ਤਾਕਤਾਂ ਸਾਰੀਆਂ ਜਿਹੜੀਆਂ ਬਰਕਤਾਂ ਪਰਮਾਤਮਾ ਨੇ ਆਪਣੇ ਹੱਥ ਦੇ ਵਿੱਚ ਰੱਖੀਆਂ ਹੋਈਆਂ ਨੇ, ਉਹੀ ਬਸ ਇੰਦਰੀਆਂ ਨੂੰ ਵੀ ਔਰ ਸਰੀਰ ਨੂੰ ਵੀ ਪ੍ਰੇਰਨ ਵਾਲਾ ਆਪ ਹੀ ਹੈ। ਇਤਿਆਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ
ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ। ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਨਸਵਰ ਦੀਹੇ ਪਦਾਰਥ ਜੀਤੀ। ਭਗਤ ਪਹਿਰਲਾਦ ਜੀ ਆਪਣੇ ਪਿਤਾ ਹਰਨਾਕਸ਼ ਨੂੰ ਬੜੇ ਪਿਆਰ ਦੇ ਨਾਲ ਕਹਿਣ ਲੱਗੇ ਵੀ ਇਹ ਤਾਂ ਪਦਾਰਥ ਵੀ ਔਰ ਪੰਜਾਂ ਤੱਤਾਂ ਦਾ ਜੈਸਮ ਇਹ ਸਾਰੇ ਹੀ ਨਾਸਵੰਤ ਹਨ। ਮੈਂ ਮੇਰੀ ਤਜ ਦੇਹੋ ਇਨੇਤੀ। ਜਿਨ੍ਹਾਂ ਨੇ ਆਪਣੀ ਜਿਹੜੀ ਮੋਹ ਮਮਤਾ ਆਪ ਚਿੱਤ ਦੇ ਵਿੱਚੋਂ ਦੂਰ ਕੀਤੀ ਹੋਈ ਹੈ। ਪ੍ਰਕ੍ਰਿਤ ਮੂਲ ਮਹਤਤ ਉਪਾਵਾ। ਕਵੀ ਜੀ ਨੇ ਜੋ ਸਾਖ ਨਾਮ ਦਾ ਸ਼ਾਸਤਰ ਹੈ ਉਹਦੇ ਮੁਤਾਬਕ ਇਹ ਵਿਚਾਰ ਲਿਖੀ ਹੋਈ ਹੈ ਵੀ ਮੂਲ ਪ੍ਰਕਿਰਤੀ ਉਹ ਇੱਕ ਹੈ, ਉਸ ਤੋਂ ਹੀ ਅੱਗੇ ਫਿਰ ਸਾਰੀ ਜਿਹੜੀ ਸ੍ਰਿਸ਼ਟੀ ਪਰਮਾਤਮਾ ਨੇ ਪੈਦਾ ਕੀਤੀ ਸੀ। ਅਹੰਕਾਰ ਤਨ ਮਾਤਰ ਬਨਾਵਾ। ਇਸੇ ਤਰ੍ਹਾਂ ਜਿਹੜਾ ਅਹੰਕਾਰ ਮਾਤਰ ਉਹ ਤੋਂ ਫਿਰ ਇਹ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਪੈਦਾ ਕੀਤਾ ਕਾਲ ਪੁਰਖ ਵਾਹਿਗੁਰੂ ਨੇ। ਇੰਦਰੀ ਏਕਾਦਸ਼ ਪ੍ਰਕਾਰਾ। ਇਸੇ ਤਰ੍ਹਾਂ ਮੂਲ ਆਕ੍ਰਿਤੀ ਉਹ ਵੀ ਇੱਕ ਹੈ, ਮੈਂ ਤਤ ਉਹ ਵੀ ਇੱਕ ਹੈ ਔਰ ਹੰਕਾਰ ਉਹ ਵੀ ਕੋਈ ਹੈ। ਤੇ ਪੰਜ ਜਿਹੜੇ ਨੇ ਗਿਆਨ ਇੰਦਰੇ ਪੰਜ ਹੈਗੇ, ਕਰਮ ਇੰਦਰੇ 11ਵਾਂ ਮਨ ਇੰਦਰੀਆਂ ਦੇ ਸਮੇਤ ਜੋ ਇਹ 11 ਪ੍ਰਵਿਰਤੀਆਂ ਬਣਦੀਆਂ ਹਨ। ਪੰਜ ਭੂਤ ਇਹ ਸਰਬ ਪਸਾਰਾ। ਵੀ ਇਹ ਸਾਰਾ ਜਿਹੜਾ ਪਸਾਰਾ ਜਿਹੜੇ ਨੇ ਪੰਜ ਸਥੂਲ ਤੱਤ ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ ਨਾ ਆਕਾਸ਼ ਹੈ, ਇਸ ਤੋਂ ਹੀ ਆ ਵਾਹਿਗੁਰੂ ਨੇ ਇਤਨਾ ਵੱਡਾ ਜਿਹੜਾ ਦੁਨੀਆ ਦਾ ਅਡੰਬਰ ਰਚਿਆ ਹੋਇਆ ਹੈ। ਪੁਰਖ ਏਕ ਸਭ ਥਾਨ ਪਛਾਨੋ। ਜਿਹੜਾ ਪੁਰਖ ਉਹ ਇੱਕੋ ਹੀ ਹੈ, ਅਕਾਲ ਪੁਰਖ ਵਾਹਿਗੁਰੂ ਸਾਰੇ ਸਦਾ ਦੇ ਲਈ ਪਰਿਪੂਰਨ ਹੈ ਅਸੰਗ ਇਨ ਆਸ਼ਰੈ ਜਾਨੋ। ਉਹ ਭਾਵੇਂ ਮੈਂ ਤਤ ਪ੍ਰਕਿਰਤੀ ਹੰਕਾਰ ਔਰ ਆ ਜਿਹੜੀਆਂ ਨੇ 11 ਚੀਜ਼ਾਂ ਬਣਦੀਆਂ, ਪੰਜ ਕਰਮ ਇੰਦਰ ਹੈ, ਗਿਆਨ ਇੰਦਰ ਹੈ, ਮਨ ਹੈ, ਉਹਨਾਂ ਦੇ ਵਿੱਚ ਰਹਿੰਦਾ ਹੋਇਆ ਵੀ ਸਦਾ ਵਾਸਤੇ ਅਸੰਗ ਵਰਤਦਾ ਹੈ। ਜਿਉ ਮਾਲਾ ਕੀ ਮਨ ਕਨ ਮਾਹੀ। ਵੀ ਜਿਵੇਂ ਆ ਮਾਲਾ ਦੇ ਕਿਤਨੇ ਮਣਕੇ ਹੁੰਦੇ ਨੇ ਨਾ, ਆਪੋ ਆਪਣੇ ਮਤਾਂ ਮਤਾਂਤਰਾਂ ਦੇ ਮੁਤਾਬਕ ਇਹਨਾਂ ਦੀ ਜਿਹੜੀ ਗਿਣਤੀ ਘੱਟ ਵੱਧ ਲਿਖੀ ਹੋਈ ਹੈ। ਸਾਂਝੀ ਮਹਾਰਾਜ ਵੀ 110 ਮਣਕਿਆਂ ਦੀ ਜਿਹੜੀ ਮਾਲਾ ਜਗਿਆਸੂਆਂ ਨੂੰ ਉਹਦੇ ਨਾਲ ਜਾਪ ਕਰਨ ਦੇ ਲਈ ਬਚਨ ਕਰਿਆ ਕਰਦੇ ਸੀ। ਹੁਣ ਜਿਹੜੇ ਨੇ ਉਹਦੇ ਵਿੱਚ 108 ਜਾਂ 110 ਮਣ ਕੇ ਉਹਨਾਂ ਦਾ ਆਸਰਾ ਕੀ ਹੈ? ਇੱਕ ਧਾਗਾ। ਬਾਕੀ ਜਿਹੜੇ ਮਣ ਕੇ ਗਿਣਤੀ ਦੇ ਵਿੱਚ ਘੱਟ ਨੇ ਚਾਹੇ ਵੱਧ ਨੇ, ਉਸ ਧਾਗੇ ਦੇ ਆਸਰੇ ਟਿਕਿਆ ਕਰਦੇ ਹਨ। ਇੱਕ ਸੋਤ ਸਭ ਹਨ ਮਹਿ ਆਹੀ। ਉਹ ਜਿਹੜਾ ਇੱਕੋ ਹੀ ਸੂਤ ਅੱਗੇ ਤੋਂ ਅੱਗੇ ਸਾਰੇ ਮਣਕਿਆਂ ਦੇ ਵਿੱਚੋਂ ਦੀ ਲੰਘਦਾ ਹੈ। ਤੀਨ ਅਵਸਥਾ ਤਾਹੇ ਨਾ ਕੋਈ। ਇਸੇ ਤਰ੍ਹਾਂ ਚਾਹੇ ਪ੍ਰਕਿਰਤੀ ਹੈ, ਮੈਂ ਤਤ ਹੈ, ਹੰਕਾਰ ਹੈ, ਪੁਰਖ ਹੈ ਔਰ 11 ਜੋ ਗਿਣ ਕੇ ਦੱਸਿਆ ਨੂੰ ਉਹਨਾਂ ਦਾ ਸਾਰਿਆਂ ਦਾ ਇੱਕੋ ਇੱਕ ਆਸਰਾ ਰੂਪ ਪਰਮਾਤਮਾ ਹੀ ਹੈ। ਜੇ ਕਿਤੇ ਉਹਦੀ ਸੱਤਿਆ ਨਿਕਲ ਗਈ ਬਸ ਇਹ ਸਾਰੇ ਜੜ ਰੂਪ ਹੋ ਜਾਣੇ ਹਨ। ਇਹ ਤੁਰੀ ਸਾਖੀ ਹੈ ਸੋਈ। ਉਹ ਸਮੇਂ ਭਗਤ ਪਹਿਰਲਾਦ ਜੀ ਕਹਿਣ ਲੱਗਿਆ ਵੀ ਨਾ ਤਾਂ ਉਹਦੇ ਵਿੱਚ ਜਿਵੇਂ ਜਾਗਰਤ ਅਵਸਥਾ ਹੈ ਨਾ, ਆਪਣੇ ਸਾਰਿਆਂ ਦੇ ਸਾਹਮਣੇ ਜਾਗ ਰਹੇ ਨੂੰ ਜਾਗਰਤ ਅਵਸਥਾ ਕਹਿੰਦੇ ਹਨ। ਤੇ ਰਾਤ ਦੇ ਟਾਈਮ ਤੇ ਕਈ ਵਾਰੀ ਮਨੁੱਖ ਨੂੰ ਆ ਜੇ ਸੁਪਨਾ, ਚਾਹੇ ਚੰਗਾ ਚਾਹੇ ਮਾੜਾ, ਉਹਨੂੰ ਸੁਪਨ ਅਵਸਥਾ
ਫਿਰ ਜਦੋਂ ਇਹ ਪ੍ਰਾਣੀ ਬਿਲਕੁਲ ਸੌਂਡ ਸਲੀਪ ਕੂਕ ਨੀਂਦ ਸੌ ਜਾਏ ਉਹਨੂੰ ਸਖੋਵਤ ਅਵਸਥਾ ਕਹਿ ਦਿੰਦੇ ਹਨ। ਇਹ ਤਿੰਨੇ ਇਹਦੇ ਵਿੱਚ ਨਹੀਂ ਪਾਈਆਂ ਜਾਂਦੀਆਂ ਹਨ। ਐਸੋ ਜੀ ਨਿਜ ਲਖੋ ਸਰੂਪਾ। ਵੀ ਜਿਨ੍ਹਾਂ ਨੇ ਇਹੋ ਜਿਹਾ ਆਪਣਾ ਵਾਸਤਵ ਆਤਮ ਸਰੂਪ ਨੂੰ ਆਪਣੇ ਅੰਦਰ ਹੀ ਜਾਣ ਲਿਆ ਹੈ। ਪਾਵੋਂਗੀ ਤਬ ਆਨੰਦ ਅਨੂਪਾ। ਜੈ ਤੁਹਾਨੂੰ ਹੋ ਗਏ ਨਾ ਪ੍ਰਾਪਤ, ਫਿਰ ਐਸਾ ਆਨੰਦ ਇਹੋ ਜਿਹੀ ਮਸਤੀ ਤੁਹਾਨੂੰ ਵੀ ਪ੍ਰਾਪਤ ਹੋ ਜਾਣੀ ਹੈ। ਜਨਮ ਮੂਲ ਜਨ ਹੋ ਅਗਿਆਨਾ। ਇਸ ਮਨੁੱਖ ਨੂੰ ਜਨਮ ਔਰ ਮਰਨ ਦੇ ਚੱਕਰਾਂ ਦੇ ਵਿੱਚ ਪਾਉਣ ਵਾਲਾ ਕੀ ਹੈ? ਅਗਿਆਨ, ਅਵਿਦਿਆ। ਅਗਿਆਨ ਦੇ ਬਸ ਹੋ ਕਰਕੇ ਇਹ ਪ੍ਰਾਣੀ ਕਦੇ ਜੰਮ ਪਏ ਕਦੇ ਮਰ ਪੈਂਦੇ ਹਨ। ਇਹਦਾ ਮੂਲ ਕਾਰਨ ਇੱਕੋ ਇੱਕ ਅਗਿਆਨ ਪਾਇਆ ਜਾਂਦਾ। ਰੀਤੈ ਗਿਆਨ ਨੈ ਮੁਕਤੈ। ਜਦੋਂ ਸਾਧਨਾ ਕਰਦਿਆਂ ਕਿਸੇ ਜਗਿਆਸੂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਅਤੇ ਨਾਲ ਦੀ ਨਾਲ ਉਹਦੇ ਫਿਰ ਸਾਰੇ ਹੀ ਜਨਮ ਮਰਨ ਦੇ ਚੱਕਰ ਸਦਾ ਦੇ ਲਈ ਖਤਮ ਹੋ ਜਾਣੇ ਹਨ। ਪਾਪ ਪੁੰਨ ਕੋ ਧਰ ਕਰ ਮਾਨਾ। ਵੀ ਆਪਣੇ ਮਨ ਦੇ ਅੰਦਰ ਨਾ ਪਾਪ ਔਰ ਪੁੰਨਾਂ ਦਾ ਅਹੰਕਾਰ ਧਾਰਨ ਕਰਕੇ ਹੀ ਜੇ ਪਾਪ ਕਰ ਲਿਓ ਪਾਪੀ ਬਣ ਗਿਆ, ਉਹ ਨਰਕਾਂ 'ਚ ਜਾਊ। ਜਿਹਨੇ ਜ਼ਿਆਦਾ ਪੁੰਨਾਂ ਦੀ ਕਮਾਈ ਕਰ ਲਈ ਉਹ ਫਿਰ ਸਰੀਰ ਤਿਆਗਣ ਤੋਂ ਬਾਅਦ ਸੁਰਗ ਲੋਕ ਦੇ ਵਿੱਚ ਪਹੁੰਚ ਜਾਂਦੇ ਹਨ। ਪੁੰਨਾਂ ਦੇ ਬਲ ਦੁਆਰਾ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰਾਧ। ਪਰ ਭਗਤ ਜੀ ਕਹਿੰਦੇ ਨੇ ਵੀ ਮੇਰਾ ਤਾਂ ਪਾਪ ਔਰ ਪੁੰਨਾਂ ਦੇ ਨਾਲੇ ਵਾਸਤਾ ਬਿਲਕੁਲ ਖਤਮ ਹੋ ਗਿਆ। ਅਨਕ ਜੋਨਾ ਪਾਵੋ ਦੁਖ ਭਾਰੀ। ਇਹਨਾਂ ਪਾਪਾਂ ਪੁੰਨਾਂ ਦੇ ਵਿੱਚ ਹੀ ਲੱਗ ਕੇ ਮਨੁੱਖ ਨਾਨਾ ਪ੍ਰਕਾਰ ਦੇ ਦੁੱਖਾਂ ਨੂੰ ਜਨਮ ਔਰ ਮਰਨ ਦੇ ਚੱਕਰਾਂ ਦੇ ਵਿੱਚ ਪੈ ਕੇ ਭੋਗਦੇ ਰਹਿੰਦੇ ਹਨ। ਜਾਏ ਬਾਸ਼ਨਾ ਕੀ ਅਨੁਸਾਰੀ। ਵੀ ਜਿਉਂ ਜੀ ਕਿਸੇ ਦੇ ਮਨ ਦੇ ਵਿੱਚ ਵਾਸਨਾ ਅਖੀਰ ਦੇ ਟਾਈਮ 'ਤੇ ਪੈਦਾ ਹੋ ਗਈ ਨਾ, ਉਹ ਆ ਜਾ ਉਹਨੂੰ ਫਿਰ ਜਨਮ ਪ੍ਰਾਪਤ ਹੋ ਜਾਣਾ। ਜਿਵੇਂ ਭਾਈ ਧੁਨੀ ਚੰਦ ਦੇ ਪਿਤਾ ਦੀ ਵਾਸਨਾ ਕਿੱਥੇ ਚਲੇਗੀ? ਮਾਸ ਖਾਣ ਦੇ ਵਿੱਚ ਸੋਚਿਆ ਵੀ ਸਾਰੀ ਉਮਰ ਕਦੇ ਮੈਂ ਇਹ ਮਾਸ ਨਹੀਂ ਖਾ ਕੇ ਦੇਖਿਆ, ਵਾਸਨਾ ਆ ਗਈ ਉਹਦੇ ਨੱਕ ਨੂੰ। ਅਖੀਰ ਦੇ ਟਾਈਮ 'ਤੇ ਭਾਈ ਧੁਨੀ ਚੰਦ ਨੇ ਪੁੱਛਿਆ ਸੀ, ਪਿਤਾ ਜੀ ਗੱਲ ਕੀ ਹੋ ਗਈ ਐਸੀ? ਤੁਸੀਂ ਬੜੇ ਧਰਮਾਤਮਾ ਚੰਗੇ ਕਰਮਾਂ ਨੂੰ ਕਰਨ ਵਾਲੇ ਅਪਗਿਆੜ ਦੀ ਜੂਨੀ ਤੁਹਾਨੂੰ ਕਿਵੇਂ ਮਿਲ ਗਈ ਹੈ? ਕਹਿ ਲੱਗਿਆ ਪੁੱਤਰ ਹੈ ਜਿਹੜਾ ਜਨਮ ਮੈਨੂੰ ਅੰਤ ਕਾਲ ਜੋ ਲਸਮੇ ਸਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੌਨ ਬਲ ਵਾਲਾ ਉਤਰੈ ਜਿਤਲਾ ਗੋਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਵਿਜੋ ਜੀ ਵਾਸਨਾ ਪੈਦਾ ਹੋ ਗਈ ਵੈਸਾ ਵੈਰ ਉਹਨੂੰ ਜਨ ਪ੍ਰਾਪਤ ਹੋ ਜਾਣਾ ਨਾ। ਅੰਤ ਕਾਲ ਕੋ ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਉਹਦੇ ਮਨ ਦੇ ਵਿੱਚ ਪਰਮਾਤਮਾ ਦੀ ਯਾਦ ਪੈਦਾ ਹੋ ਗਈ। ਪਰ ਜਾਗਤ ਕੋ ਜੋ ਗੀਸ਼ਰ ਬਾਸ਼ਤ ਸੋਗਤ ਛਨ ਮੈਂ ਪਾਈ। ਕਿਉਂ ਜੀ? ਗਤੀ ਅਜਾਮਲ ਪਾਪੀ ਵਰਗਿਆਂ ਨੂੰ ਪ੍ਰਾਪਤ ਹੋਈ ਹੈ। ਅਜਾਮਲ ਕੋ ਅੰਤ ਕਾਲ ਮੈਂ ਨਾਰਾਇਣ ਸੁਧ ਆਈ। ਜਾਗਤ ਕੋ ਜੋਗੀ ਸਰਵਾਸ਼ਿਤ ਸੋਗਤ ਛਿਨ ਮੈਂ ਪਾਈ। ਕਹਿੰਦੇ ਇਹੋ ਜੀ ਗਤੀ, ਇਹੋ ਜਿਹੀ ਅਵਸਥਾ ਅਜਾਮਲ ਪਾਪੀ ਵਰਗਿਆਂ ਨੂੰ ਵੀ
ਪ੍ਰਾਪਤ ਹੋ ਗਈ ਹੈ। ਸੋ ਉਰਤੀ ਪਰ ਹਰ ਬਿਦ ਨੀਕੀਏ। ਭਗਤ ਪ੍ਰਹਿਲਾਦ ਜੀ ਆਪਣੇ ਪਿਤਾ ਹਰਨਾਕਸ਼ ਨੂੰ ਕਹਿੰਦੇ ਨੇ ਵੀ ਜੇ ਕਿਤੇ ਤੁਸੀਂ ਇਹ ਵਾਸਨਾ ਦਾ ਨਾ ਅੰਦਰੋਂ ਸਦਾ ਦੇ ਲਈ ਤਿਆਗ ਕਰਦੇ ਹੋਗੇ, ਆਵੋ ਆਨੰਦ ਭਾਵਤੇ ਜੀ ਕੇ। ਫਿਰ ਤੁਹਾਨੂੰ ਮਨ ਭਾਉਂਦੇ ਇਹੋ ਜਿਹੇ ਆਨੰਦ, ਇਹੋ ਜਿਹੇ ਸੁੱਖ ਸਦਾ ਦੇ ਲਈ ਪ੍ਰਾਪਤ ਹੋ ਜਾਣੇ ਹਨ। ਨਾਰਦ ਜਿਹ ਬਿਦ ਮੁਝੇ ਸੁਨਾਵਾ। ਭਗਤ ਪ੍ਰਹਿਲਾਦ ਜੀ ਕਹਿਣ ਲੱਗੇ ਪਿਤਾ ਜੀ ਵੀ ਜਿਵੇਂ ਜਿਵੇਂ ਨਾਰਦ ਮੁਨੀ ਜੀ ਨੇ ਭਾਵੇਂ ਐਸੇ ਜਿਹੜੇ ਪ੍ਰਵਚਨ ਭਗਤੀ ਦੇ ਕਹਿ ਲਓ, ਵਿਰਾਗ ਦੇ ਗਿਆਨ ਦੇ, ਇਹ ਉਸ ਸਮੇਂ ਮਾਤਾ ਦੇ ਉਦਰ ਦੇ ਵਿੱਚ ਪਲ ਰਿਹਾ ਸੀ ਨਾ ਭਗਤ ਪ੍ਰਹਿਲਾਦ ਜੀ ਦਾ ਸਰੀਰ, ਪਰ ਉੱਥੇ ਹੀ ਐਸੇ ਜਿਹੜੇ ਸੰਸਕਾਰ ਮਨ ਦੇ ਵਿੱਚ ਪੈਦਾ ਹੋ ਗਏ। ਤਿਹ ਪ੍ਰਕਾਰ ਅਬ ਤੁਮ ਪ੍ਰਤ ਗਾਵਾ। ਬੱਚਿਆਂ ਨੂੰ ਉਸ ਸਮੇਂ ਇਸ ਸਚਾਈ ਬਾਰੇ ਸਮਝਾਇਆ। ਭਗਤ ਪ੍ਰਹਿਲਾਦ ਜੀ ਨੇ ਵੀ ਜਿਹੋ ਜਿਹੇ ਮੈਂ ਬਚਨ ਸੁਣੇ, ਉਸੇ ਤਰ੍ਹਾਂ ਤੁਹਾਨੂੰ ਹੁਣ ਮੈਂ ਆਪਣੀ ਰਸਨਾ ਤੋਂ ਦੱਸ ਦਿੱਤੇ ਹਨ। ਅਰਪੋ ਕਰਮ ਵਿਸ਼ਨ ਪਗ ਮਾਹੀ। ਵੀ ਜੋ ਵੀ ਤੁਸੀਂ ਆਪਣੇ ਜੀਵਨ ਦੌਰਾਨ, ਚਾਹੇ ਨਾਮ ਹੈ, ਦਾਨ ਹੈ, ਇਸ਼ਨਾਨ ਹੈ, ਜੋ ਵੀ ਸ਼ੁਭ ਕਰਮ ਕੀਤੇ ਹੋਏ, ਇਹ ਵਿਸ਼ਨੂੰ ਭਗਵਾਨ ਦੇ ਚਰਨਾਂ 'ਚ ਹੀ ਵਸੇ ਭੇਟਾ ਕਰ ਦਿਓਗੇ। ਹਵੈ ਨਿਹ ਕਾਮ ਨਾਮ ਭਜ ਤਾਹੀ। ਜਦੋਂ ਨਿਸ਼ਕਾਮਤਾ ਮਨ ਦੇ ਅੰਦਰ ਕਿਤੇ ਪੈਦਾ ਹੋਗੀ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਹੋ ਸੁਆਮੀ। ਉਹ ਫਿਰ ਪਰਮਾਤਮਾ ਦੀ ਵੀ ਪ੍ਰਾਪਤੀ ਕਰ ਸਕਦੇ ਹਨ। ਸੁਨ ਉਪਦੇਸ਼ ਸਭੈ ਤਬ ਬਾਲਿਕ। ਜਦੋਂ ਇਹੋ ਜਿਹਾ ਉਪਦੇਸ਼ ਭਗਤ ਪ੍ਰਹਿਲਾਦ ਜੀ ਨੇ ਸਾਰੇ ਬੱਚਿਆਂ ਨੂੰ ਨਾ ਉਹਨਾਂ ਦੇ ਮਨ ਦੇ ਵਿੱਚ ਐਨ ਪੱਕਾ ਦਰੜਾ ਕਰਵਾ ਦਿੱਤਾ ਹੈ। ਉਪਜੀ ਭਗਤ ਹਿਰਦੇ ਦੁਖ ਕਾਲਕ। ਦੁੱਖ ਕਾਲਕ ਜਿਹੜੀ ਪ੍ਰੇਮਾ ਭਗਤੀ ਵੱਡੇ ਵੱਡੇ ਦੁੱਖਾਂ, ਵੱਡੇ ਵੱਡੇ ਕਸ਼ਟਾਂ ਨੂੰ ਕੱਟਣ ਵਾਲੀ ਹੈ ਨਾ, ਉਹਨਾਂ ਸਾਰੇ ਬੱਚਿਆਂ ਦੇ ਮਨ ਦੇ ਵਿੱਚ ਪੈਦਾ ਹੋ ਗਈ। ਸਿਮਰੇ ਮਨ ਵਿੱਚ ਰਾਮ ਨਾਮ, ਗਾਵੇ ਸ਼ਬਦ ਅਨਾਦ ਅਨਾਦ, ਭਗਤ ਕਰਨ ਸਭ ਚਾਟੜੇ, ਪਾਂਦੇ ਹੋਏ ਰਹੇ ਬਿਸਮਾਦ। ਇਹਨਾਂ ਨੇ ਵੀ ਦੇ ਕਰਕੇ ਬੱਚਿਆਂ ਨੂੰ ਮਨ ਦੇ ਵਿੱਚ ਬੜਾ ਹੈਰਾਨ ਹੋ ਜਾਣਾ। ਸਿਮਰਨ ਲਗੇ ਨਾਮ ਸੁਖਕਾਰੀ। ਸਾਰੇ ਸੁੱਖਾਂ ਨੂੰ ਦੇਣ ਵਾਲਾ ਕੀ ਹੈ? ਪਰਮਾਤਮਾ ਦਾ ਨਾਮ, ਉਹਦਾ ਸਿਮਰਨ ਹੈ। ਨਿੱਕੇ ਬੱਚੇ ਸਾਰੇ ਹੀ ਪਾਠਸ਼ਾਲਾ ਦੇ ਵਿੱਚ ਕਰਨ ਲੱਗ ਪਏ ਸਨ। ਹਰ ਗੁਣ ਗਾਈ ਪ੍ਰੇਮ ਕਰ ਭਾਰੀ। ਹੁਣ ਹਰੀ ਦੇ ਗੁਣ ਗਾਉਂਦਿਆਂ ਗਾਉਂਦਿਆਂ ਐਸਾ ਉਹਨਾਂ ਦੇ ਮਨ ਦੇ ਵਿੱਚ ਵੀ ਬੜਾ ਪ੍ਰੇਮ ਪੈਦਾ ਹੋ ਗਿਆ ਹੈ। ਉਠਤ ਬੈਠਤ ਗਾਵਨ ਤਬ ਹੀ। ਔਰ ਸਾਰੇ ਬੱਚੇ, ਚਾਹੇ ਕੋਈ ਛੋਟਾ ਹੈ ਚਾਹੇ ਵੱਡਾ ਹੈ, ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨ ਕੈ ਸਦਕਾਮ। ਇਹਨਾਂ ਦੀ ਵੀ ਅਸੀਂ ਅਵਸਥਾ ਬਣ ਗਈ। ਜਦੋਂ ਭਗਤ ਪ੍ਰਹਿਲਾਦ ਜੀ ਨੇ ਆਪਣੇ ਵੱਲੋਂ ਬਚਨ ਸੁਣਾਏ ਸਾਰਿਆਂ ਨੂੰ, ਨਾਮ ਪੁਕਾਰ ਹੈ ਹਰ ਹਰ ਸਭ ਹੀ। ਹੁਣ ਇਹ ਜਿਹੜੇ ਚਾਟੜੇ ਬੱਚੇ ਪਾਠਸ਼ਾਲਾ ਦੇ ਵਿੱਚ ਉੱਚੀ ਉੱਚੀ ਰਾਮ ਰਾਮ ਦਾ ਜਿਹੜਾ ਜਾਪ ਕਰਨ ਲੱਗ ਪਏ ਹਨ। ਸ਼ੁਕਰ ਸਵਾਨ ਅਸਰੀਤ ਬਿਲੋਕੀ। ਸ਼ੁਕਰ ਸਵਾਨ ਜਦੋਂ ਸ਼ੁਕਰਾਚਾਰ ਦੇ ਬੇਟੇ ਸੰਡਾਰ ਮਾਰਕਾ ਨੇ ਦੇਖ ਲਿਆ ਵੀ ਕਾਹਦਾ ਸਹਿਜਾਦਾ ਸਾਡੀ ਪਾਠਸ਼ਾਲਾ ਦੇ ਵਿੱਚ ਪੜ੍ਹਨ ਆ ਗਿਆ, ਇਹਨੇ ਤਾਂ ਹੋਰ ਵੀ ਸਾਰੇ ਜਿਹੜੇ ਬੱਚੇ ਵਿਗਾੜ ਕਰਕੇ ਰੱਖ ਦਿੱਤੇ ਹਨ। ਭੀ ਕੋ ਚਾਲ ਲਖ ਸਭ ਮਤ ਸ਼ੋਕੀ। ਇਹੋ ਜੀ ਖੋਟੀ ਚਾਲ ਨੂੰ ਦੇ ਦਿਆ ਹੋਇਆ ਮਨ ਦੇ ਵਿੱਚ ਬੜਾ ਸ਼ੌਕ, ਬੜੀ ਚਿੰਤਾ ਦੋਵੇਂ ਭਰਾਵਾਂ ਦੇ ਪੈਦਾ ਹੋ ਗਈ ਹੈ। ਜਸ ਪਦ ਲੀਨ ਆਪਣੇ ਸਾਥਾ। ਉਸੇ ਬਾਤ ਫੜ ਕਰਕੇ ਨਾ ਭਗਤ ਪ੍ਰਹਿਲਾਦ ਨੂੰ ਇਹਦੇ ਪਿਤਾ ਦੇ ਵੱਲ ਚੱਲ ਪਏ ਦੋਵੇਂ ਭਰਾ।
ਗਏ ਹੁਤੋ ਜਹ ਦਾਨਵ ਨਾਥਾ। ਜਿੱਥੇ ਹੁਣ ਦੈਂਤਾ ਰਾਖਸ਼ਾਂ ਦਾ ਰਾਜਾ ਕੌਣ ਹੈ? ਹਰਨਾਕਸ਼ ਆਪਣੇ ਮਹਿਲਾਂ ਦੇ ਵਿੱਚ ਬੈਠਾ ਸੀ। ਨਿਜ ਸੁਤ ਕੋ ਅਬ ਰਖੋ ਅਗਾਰਾ। ਕਹਿ ਲੱਗੇ ਰਾਜਨ ਆਪਣੇ ਸ਼ਹਿਜ਼ਾਦੇ ਨੂੰ ਮਹਿਲਾਂ ਦੇ ਵਿੱਚ ਹੀ ਰੱਖ ਲਓ, ਇਹਨੂੰ ਪੜਾਉਣਾ ਸਾਡੇ ਕੋਈ ਬਸ ਦੀ ਗੱਲ ਨਹੀਂ ਰਹੀ ਹੈ। ਸਰਬ ਬਿਗਾਰੀ ਇਨ ਚਟ ਸਾਰਾ। ਕਾਹਦਾ ਸ਼ਹਿਜ਼ਾਦਾ ਭੇਜਦਾ ਤੁਸੀਂ ਚਾੜਸ਼ਾਲਾ 'ਚ? ਇਹਨੇ ਤਾਂ ਹੋਰ ਵੀ ਪ੍ਰਹਲਾਦ ਆਪ ਵਿਗੜਿਆ, ਸਭ ਚਾਟੜੇ ਵਿਗਾੜੇ ਵੀ, ਹੋਰ ਵੀ ਬੱਚੇ ਨੇ ਤਾਂ ਸਾਰੇ ਹਰੇ ਹਰੇ ਆਰਾਮ ਆਰਾਮ ਜਪਣ ਕਰਨ ਦੇ ਲਈ ਵਿਗਾੜ ਕੇ ਰੱਖ ਦਿੱਤੇ ਹਨ। ਰੰਚਕ ਡਰ ਨਹਿ ਮਨ ਮਹਿਮਾਨੀ। ਸੰਡਾਰ ਮਰਕਾ ਕਹਿ ਲਗੇ ਤਾਂ ਕਿਸੇ ਦਾ ਮਨ ਦੇ ਵਿੱਚ ਕੋਈ ਡਰ ਭੈ ਨਹੀਂ ਮੰਨਦਾ। ਭਗਤ ਕਰਨਾ ਸਭ ਬਾਲ ਸਿਖਾਨੇ। ਹੋਰ ਤਾਂ ਕੀ ਆ ਪਾਠਸ਼ਾਲਾ ਦੇ ਵਿੱਚ ਜਿਹੜੇ ਆਉਣ ਵਾਲੇ ਬਾਲਕ ਉਹ ਵੀ ਇਹਨੇ ਸਾਰੇ ਵਿਗਾੜ ਕਰਕੇ ਰੱਖ ਦਿੱਤੇ ਹਨ। ਜੈਤ ਰਾਜ ਅਗਿਆਨ ਅਰੂੜਾ। ਹੁਣ ਹਰਨਾਕਸ਼ ਦੇ ਮਨ ਦੇ ਵਿੱਚ ਕਿਹੋ ਜਿਹਾ ਅਗਿਆਨ, ਇੱਕ ਇਹੋ ਜੀ ਬਹੁਤ ਵੱਡੀ ਭੁੱਲ ਪੈਦਾ ਹੋ ਗਈ ਨਾ, ਜਦੋਂ ਇਹਨੇ ਤਪੱਸਿਆ ਕਰਕੇ ਬੜੇ ਵਰਦਾਨ ਪ੍ਰਾਪਤ ਕਰ ਲਏ ਵੀ ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਕੋਈ ਦੈਂਤ ਦੇਵਤਾ ਮਨੁੱਖ ਕੋਈ ਵੀ ਮੇਰੇ ਸਰੀਰ ਨੂੰ ਖਤਮ ਨਹੀਂ ਕਰ ਸਕੇਗਾ। ਮਨ ਹੰਕਾਰ ਵੱਡੋ ਮਤ ਮੂੜਾ। ਹੁਣ ਇਹੋ ਜਿਹਾ ਮਾਨ ਹੰਕਾਰ ਹਰਨਾਕਸ਼ ਦੇ ਮਨ ਦੇ ਵਿੱਚ ਵੀ ਬੜਾ ਵੱਧ ਚੁੱਕਿਆ ਹੈ। ਜਾਗਿਓ ਹਿਰਦੇ ਕ੍ਰੋਧ ਵਿਸਾਲਾ। ਇਹੋ ਜਿਹਾ ਕ੍ਰੋਧ ਗੁੱਸਾ ਹਰਨਾਕਸ਼ ਦੇ ਚਿੱਤ ਵਿੱਚ ਪੈਦਾ ਹੋ ਗਿਆ ਸੀ। ਮਨੋਂ ਦੂਸਰੀ ਪ੍ਰਗਟੀ ਜਵਾਲਾ। ਇਉਂ ਲੱਗਦਾ ਸੀ ਦੇਖਣ ਵਾਲੇ ਲੋਕਾਂ ਨੂੰ ਵੀ ਜਿਵੇਂ ਵੱਡੇ ਵੱਡੇ ਭਾਂਬੜੀ ਇਹਦੇ ਮੂੰਹ ਚੋਂ ਪੈਦਾ ਹੋਣ ਲੱਗ ਪਏ ਹਨ। ਤਿਰਛੇ ਕਰਕੇ ਨੈਣ ਤਰੀਰੀ। ਉਹ ਸਮੇਂ ਜਦੋਂ ਹਰਨਾਕਸ਼ ਨੇ ਵੀ ਆਪਣੀ ਅੱਖਾਂ ਬੜੀਆਂ ਕਰਾਰੀਆਂ ਗੁੱਸੇ ਦੇ ਨਾਲ ਲਾਲ ਪੀਲੀਆਂ ਕਰ ਲਈਆਂ ਨੂੰ ਵੀ ਮੈਨੂੰ ਜਿਉਂਦਾ ਇਹਨੂੰ ਨਹੀਂ ਛੱਡਾਂਗਾ। ਬੋਲਤ ਭਾ ਦੁਰਬਚਨ ਕਨੀਰੀ। ਇਹੋ ਜਿਹੇ ਬੜੇ ਕੌੜੇ ਫਿੱਕੇ ਵਚਨ ਹਰਨਾਕਸ਼ ਆਪਣੀ ਜ਼ੁਬਾਨ ਤੋਂ ਬੋਲਣ ਲੱਗ ਪਏ ਹੈ। ਮੰਦ ਮਤੀ ਰੇ ਮੋੜ ਕੋ ਭਾਗੀ। ਕਹਿ ਲੱਗਿਆ ਖੋਟੇ ਭਾਗਾਂ ਵਾਲਿਆ, ਆ ਖੋਟੀ ਬੁੱਧੀ ਤੈਂ ਦੱਸ ਕਿੱਥੋਂ ਧਾਰਨ ਕਰ ਲਈ ਹੈ। ਮਹਾ ਅਦਮਾ ਕੁਲ ਰੀਤ ਤਿਆਗੀ। ਇਹ ਪਾਪੀਆ ਦੁਸ਼ਟਾ ਵੀ ਤੈ ਤਾਂ ਆਪਣੀ ਆ ਜਿਹੜੀ ਦੈਂਤਾਂ ਦੀ ਕੁਲ ਦੀ ਰਹੁ ਰੀਤੀ ਆ ਨਾ, ਉਹ ਬਿਲਕੁਲ ਤਿਆਗ ਛੱਡਿਆ। ਕੋਈ ਵੀ ਐਸਾ ਗੁਣ ਤਾਂ ਤੇਰੇ ਅੰਦਰ ਪਾਇਆ ਨਹੀਂ ਜਾਂਦਾ। ਕਾਲ ਨਿਕਟ ਆਵਾ ਅਬ ਤੇਰੀ। ਮੈਨੂੰ ਤਾਂ ਇਹੋ ਲੱਗਦਾ ਵੀ ਜਿਵੇਂ ਤੇਰੇ ਪਰਲੋਕ ਜਾਣ ਦੇ ਦਿਨ ਬੜੇ ਨੇੜੇ ਪਹੁੰਚ ਚੁੱਕੇ ਹਨ। ਆਇਸ ਮੇਟਤ ਹੋਬਤ ਮੇਰੀ। ਹਰਨਾਕਸ਼ ਤਾੜ ਕੇ ਗੁੱਸੇ ਦੇ ਸਹਿਤ ਹੋ ਕੇ ਕਹਿਣ ਲੱਗਿਆ ਵੀ ਮੈਂ ਤੈਨੂੰ ਪਹਿਲਾਂ ਕਈ ਵਾਰੀ ਸਮਝਾ ਚੁੱਕਿਆ, ਪਰ ਤੂੰ ਮੇਰੀ ਕਿਸੇ ਵੀ ਗੱਲ ਦਾ ਮਨ ਦੇ ਉੱਪਰ ਅਸਰ ਨਹੀਂ ਕੀਤਾ ਹੈ। ਕਿਹ ਬਲ ਕੀ ਅਲੰਬ ਕੁਲ ਕਾਤੀ। ਇਹ ਕੁਲ ਨੂੰ ਨਾਸ ਕਰਨ ਵਾਲਿਆ ਵੀ ਤੈਂ ਆਪਣੇ ਚਿੱਤ ਦੇ ਵਿੱਚ ਕਿਹਦਾ ਇਤਨਾ ਜ਼ੋਰ ਬਲ ਧਾਰਨ ਕੀਤਾ ਹੋਇਆ। ਹਸ ਕਹਿ ਹਨੀ ਲਾਤ ਮਮ ਛਾਤੀ। ਉਸੇ ਵਕਤ ਹਰਨਾਕਸ਼ ਨੇ ਕ੍ਰੋਧ ਦੇ ਸਹਿਤ ਹੋ ਕੇ ਉਹਦੀ ਛਾਤੀ 'ਚ ਬੜੀ ਜ਼ੋਰ ਦੇ ਨਾਲ ਲੱਤ ਮਾਰ ਦਿੱਤੀ ਹੈ। ਬਿਖਸੀ ਬਾਨੀ ਬਖਤ ਬਹੋਰੀ। ਫਿਰ ਆਪਣੀ ਆ ਚਮੜੇ ਦੀ ਜਵਾਨ ਤੋਂ ਜ਼ਹਿਰ ਦੇ ਸਮਾਨ ਬੜੀਆਂ ਕੌੜੀਆਂ ਕੌੜੀਆਂ ਫਿੱਕੀਆਂ ਫਿੱਕੀਆਂ ਗੱਲਾਂ ਬੋਲਣ ਲੱਗਾ ਪਿਆ। ਬੋਲਿਓ ਮੈਂ ਤਬ ਦੋਏ ਕਰ ਜੋਰੀ। ਹੁਣ ਬਾਤ ਪਹਿਲਾ ਜੀ ਇਹਨਾਂ ਦੇ ਮਨ ਦੇ ਵਿੱਚ ਬੜੀ ਨਿਮਰਤਾ ਹੈ ਨਾ, ਬੜੀ ਗਰੀਬੀ ਹੈ, ਇਸ ਕਰਕੇ ਆਪਣੇ ਪਿਤਾ ਦੇ ਅੱਗੇ ਬੜੇ ਮਿੱਠੇ ਕੋਮਲ
ਬਚਨ ਉਚਾਰਨ ਕੀਤੇ ਭਗਤ ਪਹਿਲਾਦ ਜੀ ਨੇ। ਪਿਤਾ ਜੋ ਕਰੋ ਕ੍ਰੋਧ ਹਿਤ ਬਾਧੋ। ਕਹਿ ਲੱਗਿਆ ਪਿਤਾ ਜੀ ਕਾਹਨੂੰ ਇਤਨਾ ਗੁੱਸਾ ਕ੍ਰੋਧ ਮਨ ਦੇ ਵਿੱਚ ਧਾਰਨ ਕਰ ਲਿਆ। ਕੈਸੇ ਬਿਕਸਮ ਬੋਲਤ ਨਾਦੋ। ਐਵੇਂ ਬੇਅਰਥ ਹੀ ਜ਼ਹਿਰ ਦੇ ਸਮਾਨ ਕੌੜੀਆਂ ਕੌੜੀਆਂ ਗੱਲਾਂ ਕਰਨ ਦਾ ਤੁਹਾਨੂੰ ਕੀ ਫਾਇਦਾ ਹੋਣਾ ਹੈ? ਨਹਿ ਤਬ ਬਲ ਨਹਿ ਮਮ ਬਲ ਕੋ। ਵੀ ਇਤਨੀ ਤਾਕਤ ਇਤਨੀ ਸ਼ਕਤੀ ਨਾ ਤੇਰੇ ਵਿੱਚ ਹੈ ਤੇ ਨਾ ਮੇਰੇ ਵਿੱਚ ਵੀ ਕੋਈ ਨਹੀਂ ਪਾਈ ਜਾਂਦੀ ਹੈ। ਬਲੀ ਅਪਰ ਆਸ਼ਰਿਆ ਜਗ ਸੋ। ਵੀ ਜਿਸ ਦੇ ਆਸਰੇ ਸਾਰੇ ਸੰਸਾਰ ਦੇ ਜਿਹੜੇ ਜੀਵ ਤੁਰ ਫਿਰ ਰਹੇ ਹਨ, ਥਾਵਰ ਜੰਗਮ ਕੀਟ ਵਿਧਾਤਾ। ਚਾਹੇ ਕੋਈ ਜੜ ਹੈ ਚਾਹੇ ਚੇਤਨ ਹੈ ਚਾਹੇ ਕੀੜੇ ਮਕੌੜੇ, ਉਹਦੀ ਜਿਹੜੀ ਜੋਤ ਉਹ ਤਾਂ ਹਰੇਕ ਦੇ ਵਿੱਚ ਹੀ ਸਦਾ ਦੇ ਲਈ ਵਿਆਪਕ ਹੋ ਰਹੀ ਹੈ। ਜਿਹ ਬਸ ਕਰ ਸਭ ਰਾਖੀ ਤਾਤਾ। ਕਹਿ ਲਗੇ ਭਗਤ ਪਹਿਲਾਦ ਜੀ ਐ ਪਿਤਾ ਜੀ ਸਗਲ ਸਮਗਰੀ ਡਰੈ ਬਿਆਪੀ ਬਿਨ ਡਰ ਕਰਨਾ ਹਾਰਾ। ਪਰਮਾਤਮਾ ਨੇ ਸਾਰੀ ਪ੍ਰਕਿਰਤੀ ਦਾ ਆਪਣੇ ਵਾਦੇ ਵਿੱਚ ਕੀਤੀ ਹੋਈ ਹੈ ਨਾ ਸਦਾ ਵਾਸ ਤੇ। ਹਤ ਬਲਿਸ਼ਟ ਕਲ ਹੋ ਕਰ ਕਾਲੂ। ਜਿਹੜਾ ਕਾਲ ਉਹ ਬੜਾ ਬਲਵਾਨ ਹੈ, ਬੜਾ ਜ਼ੋਰਾਵਰ ਹੈ। ਖਾਈ ਸਭ ਹੈ ਮੇਢਕ ਜਿਉ ਬਿਆਲੂ। ਸਮਾਂ ਪਾ ਕੇ ਚਾਰੇ ਖਾਣੀਆਂ 'ਚ ਪੈਦਾ ਹੋਣ ਵਾਲੇ ਪ੍ਰਾਣੀਆਂ ਨੂੰ ਇਉਂ ਖਾ ਜਾਣਾ ਉਹਨੇ ਵੀ ਜਿਵੇਂ ਬਹੁਤ ਵੱਡਾ ਜ਼ਹਿਰੀਲਾ ਨਾਗ ਸਾਪ ਤੇ ਡੱਡੂ ਨੂੰ ਆਪਣੇ ਅੰਦਰ ਹੀ ਲੰਘਾ ਜਾਂਦਾ ਹੈ। ਬਲ ਜੋ ਮਨ ਤਨ ਬਿਖੈ ਰਖੀਕੰ। ਵੀ ਜਿਹੜਾ ਬਲ ਜੋ ਵੀ ਜ਼ੋਰ ਸਰੀਰ ਜਾਂ ਫਿਰ ਤੇਰੇ ਕਰਮ ਇੰਦਰ ਹੈ ਗਿਆਨ ਇੰਦਰੀਆਂ ਦੇ ਭਰਿਆ ਹੋਇਆ ਨਾ, ਜਿਵੇਂ ਅੱਖਾਂ ਦੇ ਦੀਆਂ ਨੇ, ਕੰਨਾਂ ਦੇ ਨਾਲ ਸੁਣਦੇ ਆ, ਜ਼ੁਬਾਨ ਦੇ ਨਾਲ ਬਚਨ ਵਿਲਾਸ ਕੀਤੇ ਜਾਂਦੇ ਹਨ। ਪਰ ਜਦੋਂ ਇਹਦਾ ਅਸਰਾ ਰੂਪ ਕੀ ਹੈ, ਆਤਮਾ ਨਿਕਲ ਗਈ, ਅੱਖਾਂ ਨੇ ਵੀ ਬੰਦ ਹੋ ਜਾਣਾ, ਕੰਨਾਂ ਦੇ ਨਾਲ ਵੀ ਕੋਈ ਸੁਣ ਨਹੀਂ ਸਕਦਾ। ਆ ਜਿਹੜੀ ਜ਼ਬਾਨ ਲੱਗੀ ਹੁੰਦੀ ਤਾਂ ਨਾਲ ਹੀ ਆ, ਪਰ ਉਸ ਸਮੇਂ ਕੁਝ ਬੋਲ ਕੇ ਨਹੀਂ ਸੁਣਾ ਸਕੇਗੀ। ਜਾਨੋ ਤਿਹ ਪ੍ਰਸਾਦ ਬਿਦ ਨੀਕੰ। ਭਗਤ ਪਹਿਲਾਦ ਜੀ ਕਹਿ ਲਗੇ ਪਿਤਾ ਜੀ ਦਰਅਸਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਸਾਰੇ ਜਿਹੜੇ ਜੀਵ ਆਪੋ ਆਪਣੇ ਜਿਸਮਾਂ ਦੇ ਵਿੱਚ ਕਿਰਿਆ ਨਿਭਾ ਰਹੇ ਹਨ। ਤਜੋ ਸੁਭਾਓ ਅਸੁਰ ਨਿਜ ਜਾਤੀ। ਆ ਜੋ ਤੁਸੀਂ ਨਾ ਆਪਣੀ ਜਾਤ ਕੀ ਹੈ, ਦੈਂਤਾਂ ਰਾਖਸ਼ਾਂ ਵਾਲਾ ਸੁਭਾਅ ਧਾਰਨ ਕੀਤਾ ਹੋਇਆ ਮੁੱਢ ਤੋਂ, ਜਦੋਂ ਤੁਸੀਂ ਇਹਨੂੰ ਤਿਆਗ ਦੇਣਾ, ਮਨ ਜੀਤਨਾ ਬਿਦ ਕਰ ਭਲ ਭਾਂਤੀ। ਤੁਹਾਨੂੰ ਤਾਂ ਮਨ ਰਪ ਜੀਤੈ ਸਭ ਰਪ ਜੀਤੈ, ਮਨ ਰਪ ਜੀਤੈ ਸਭ ਰਪ ਜੀਤੈ। ਆ ਜਿਹੜਾ ਸਾਰਿਆਂ ਨਾਲੋਂ ਵੱਡਾ ਦੁਸ਼ਮਣ ਕੀ ਹੈ, ਮਨ। ਜਿਹਨੇ ਸੁਣੋ ਜਿੱਤ ਕੇ ਵਾਦੇ ਵਿੱਚ ਕਰ ਲਿਆ ਤੇ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਨਾ ਉਹੀ ਵੱਡਾ ਯੋਧਾ ਸੂਰਮਾ ਬਹਾਦਰ ਆਪਣੇ ਆਪ ਨੂੰ ਖਾ ਸਕਦਾ ਹੈ। ਮਨ ਸਮਾਨ ਨਹਿ ਸ਼ਤਰੂ ਕੋ। ਭਗਤ ਪਹਿਲਾਦ ਜੀ ਨੇ ਬੜੀਆਂ ਬੇਨਤੀਆਂ ਕੀਤੀਆਂ, ਪਿਤਾ ਜੀ ਤੁਸੀਂ ਹੋਰਾਂ ਨੂੰ ਐਵੇਂ ਬੇਰਥਾ ਹੀ ਆਪਣੇ ਬੈਰੀ ਦੁਸ਼ਮਣ ਬਣਾਈ ਬੈਠੇ ਹੋ। ਜਿਹੜਾ ਅੰਦਰਲਾ ਬੈਰੀ ਦੁਸ਼ਮਣ ਹੈ ਉਹਦੇ ਬਾਰੇ ਤੁਹਾਨੂੰ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਿਆ। ਅਨਕ ਜਨਮ ਜਗ ਦੇਵਤ ਜੋ। ਵੀ ਜਿਹੜਾ ਮਨ ਰੂਪੀ ਬਹੁਤ ਵੱਡਾ ਭਾਰੀ ਦੁਸ਼ਮਣ ਇਹਨਾਂ ਜੀਵਾਂ ਨੂੰ ਆ ਜਨਮ ਔਰ ਮਰਨ ਦਾ ਚੱਕਾਂ ਦੇ ਵਿੱਚ ਵੀ ਭਟਕਾਉਂਦਾ ਰਹਿੰਦਾ ਹੈ। ਸੋ ਵਸ ਕਰਨ ਕੋ ਕਰੋ ਪਾਉ। ਤੁਹਾਨੂੰ ਤਾਂ ਮਨ ਜੀਤੈ ਜਗ ਜੀਤ, ਜਿਨ੍ਹਾਂ ਨੇ ਮਨ ਤੇ ਫਤਿਹ ਪ੍ਰਾਪਤ ਕਰ ਲਈ, ਜਾਣੋ ਬਸ ਉਹਨੇ ਸਾਰੀ ਦੁਨੀਆ ਨੂੰ ਜਿੱਤ ਕੇ ਆਪਣੇ ਵਾਦੇ ਵਿੱਚ ਕਰ ਲਿਆ। ਨੀਕੀ ਨੀਤ ਅਪਰ ਨਹਿ ਕਾਉ। ਇਹ ਤੋਂ ਬਿਨਾਂ ਹੋਰ ਕੋਈ ਚੰਗੀ ਜਿਹੜੀ ਨੀਤੀ
ਦੁਨੀਆ ਦੇ ਵਿੱਚ ਨਹੀਂ ਹੋ ਸਕਦੀ ਹੈ। ਸ਼ਬਦ ਸਪਰਸ਼ ਆਦਿਕ ਇਹ ਕੋਰੀ। ਆ ਜਿਹੜਾ ਸ਼ਬਦ ਸਪਰਸ਼ ਰੂਪ ਰਸ ਗੰਧ, ਦੁਬਾਰਾ ਪਾ ਦੇ, ਸ਼ਬਦ ਸਪਰਸ਼ ਆਦਿਕ ਇਹ ਕੋਰੀ। ਇਹ ਜਿਹੜੇ ਸੂਖਮ ਵਿਸ਼ੇ ਵਕਾਰ ਮਾਨੋ ਇਹ ਘੋੜਿਆਂ ਦੇ ਸਮਾਨ ਹਨ। ਤੇਰਾ ਜਿਹੜਾ ਸਰੀਰ ਸਮਝ ਲੈ ਵੀ ਇੱਕ ਬਹੁਤ ਵੱਡੇ ਰੱਥ ਦੇ ਬਰਾਬਰ ਹੈ। ਇਨ ਪਰ ਚੜ੍ਹਤ ਦਸੋ ਦਿਸ਼ ਦੌਰੀ। ਇਹ ਜਿਹੜਾ ਮਨ ਰੂਪੀ ਰਥਵਾਨ ਸ਼ਬਦ ਸਪਰਸ਼ ਰੂਪ ਰਸ ਰੰਗ ਰੂਪੀ ਘੋੜਿਆਂ ਦੇ ਉੱਪਰ ਚੜ੍ਹ ਕੇ ਨਾ, ਇਹ ਜਿਹੜਾ ਚੰਚਲ ਮਨ ਚਾਰੇ ਪਾਸੇ ਦੌੜਿਆ ਫਿਰਦਾ ਹੈ। ਮਨ ਵਿਖਿਆਨ ਮਹਿ ਇਹ ਮਵਾਸੋ। ਔਰ ਜਿਹੜਾ ਇੱਕ ਮਨ ਰੂਪੀ ਰਾਜਾ, ਇਹ ਵਿਸ਼ੇ ਵਿਕਾਰਾ ਰੂਪੀ ਬਹੁਤ ਵੱਡੇ ਕਿਲੇ ਦੇ ਅੰਦਰ ਬੰਦ ਹੋਇਆ ਪਿਆ ਹੈ। ਵੱਡ ਹੰਕਾਰ ਕੋਟ ਦਿੜ ਤਾਸੋ। ਵੀ ਜਿਸ ਜੋ ਮਨੁੱਖ ਦੇ ਅੰਦਰ ਹੈ ਬੜਾ ਮਾਨ ਹੰਕਾਰ ਮਾਨੋ, ਇਹ ਉਸ ਕਿਲੇ ਦੇ ਆਲੇ ਦੁਆਲੇ ਬਹੁਤ ਵੱਡੀ ਉੱਚੀ ਤੇ ਚੌੜੀ ਕੰਧ ਕੀਤੀ ਹੋਈ ਹੈ। ਕਾਮ ਕ੍ਰੋਧ ਲੋਭ ਆਦਿਕ ਜੇਈ। ਆ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਜੋ ਵੱਡੇ ਵੱਡੇ ਦੁਸ਼ਮਣ ਇਹਦੇ ਅੰਦਰ ਹੀ ਸਦਾ ਵਾਸਤੇ ਬਸਣ ਵਾਲੇ ਹਨ। ਸਰਬ ਸਹਾਇਕ ਜਨ ਹੋ ਤੇਈ। ਇਹ ਉਸ ਮਨ ਰੂਪੀ ਰਾਜੇ ਦੀ ਫਿਰ ਸਾਰੇ ਮਦਦ ਕਰਨ ਵਾਲਿਆਂ ਨੇ, ਜਿਹੜਾ ਵਿਸ਼ੇ ਵਿਕਾਰਾ ਰੂਪੀ ਬਹੁਤ ਵੱਡੇ ਕਿਲੇ ਦੇ ਵਿੱਚ ਚਾਰੇ ਪਾਸਿਆਂ ਤੋਂ ਘਿਰਿਆ ਹੋਇਆ ਹੈ। ਇਹ ਜੋਧਾ ਦੁਰਜੈ ਸਭ ਮਾਹੀ। ਬਾਤ ਪਹਿਲਾ ਜੀ ਕਹਿ ਲਗੇ, ਪਿਤਾ ਜੀ ਦੇਖੋ, ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਰੂਪੀ ਵੱਡੇ ਵੱਡੇ ਬਹਾਦਰ ਇਹ ਅਜਿੱਤ ਨੇ, ਇਹਨਾਂ ਨੂੰ ਫਤਿਹ ਕਰਨਾ ਬੜਾ ਮੁਸ਼ਕਲ ਹੈ। ਮਹਾਬਲੀ ਜੀਤਹਿ ਕੋ ਤਾਹੀ। ਇਸ ਨੂੰ ਤਾਂ ਫਿਰ ਜਿਹੜੇ ਰੱਬ ਦੇ ਪਿਆਰੇ ਪੂਰਨ ਮਹਾਂਪੁਰਖੀ ਸੂਰਮਿਆਂ ਦੇ ਸਮਾਨ ਬਣ ਕਰਕੇ ਨਾ ਜਿੱਤ ਲੈਂਦੇ ਹਨ। ਜੇਕਰ ਬੂਝਿਓ ਚਹਿਤੋ ਪਾਓ। ਉਹ ਸਮੇਂ ਪਦ ਪਹਿਲਾ ਜੀ ਨੇ ਆਪਣੇ ਪਿਤਾ ਹਰਨਾਕਸ਼ ਦੇ ਪਾਸ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਵੀ ਜੇ ਤੁਸੀਂ ਚਲੋ ਕੋਈ ਉਪਾਅ ਯਤਨ ਪੁੱਛਣਾ ਚਾਹੁੰਦੇ ਆ ਵੀ ਮੈਂ ਇਹਨਾਂ ਬਹੁਤ ਵੱਡੇ ਵੱਡੇ ਭਾਰੀ ਯੋਧੇ ਸੂਰਮਿਆਂ ਨੂੰ ਜਿੱਤਣਾ ਚਾਹੁੰਦਾ, ਸਤ ਸੰਗਤ ਮਹਿ ਕਰ ਚਿਤ ਚਾਓ। ਫਿਰ ਤੁਹਾਨੂੰ ਉਹ ਰੱਬ ਦੇ ਪਿਆਰਿਆਂ ਦੀ ਜਿਹੜੀ ਸੰਗਤ ਬੜੇ ਪ੍ਰੇਮ ਦੇ ਨਾਲ ਕਰਨੀ ਪੈਣੀ ਹੈ, ਤਾਂ ਫਿਰ ਇਹਨਾਂ ਬਾਰੇ ਤੁਹਾਨੂੰ ਕੁਝ ਨਾ ਕੁਝ ਆਪਣੇ ਅੰਦਰ ਪਤਾ ਲੱਗਣਾ। ਆਰ ਬ੍ਰਹਮ ਕੋ ਸਿਮਰਨ ਕੀਜੈ। ਜਿਹੜੇ ਮਹਾਂਪੁਰਖ ਤੱਤ ਵਿੱਚ ਉਸ ਪਰਮਾਤਮਾ ਦਾ ਸਦਾ ਦੇ ਲਈ ਨਾ ਇਹ ਸਿਮਰਨ ਕਰਦੇ ਰਹਿੰਦੇ ਹਨ। ਹਉਮੈ ਕੋ ਉਰਤੇ ਤਜ ਦੀਜੈ। ਉਹ ਫਿਰ ਹੰਕਾਰ ਨੂੰ ਮਾਨ ਨੂੰ ਆਪਣੇ ਮਨ ਦੇ ਵਿੱਚੋਂ ਜੜ੍ਹਾਂ ਤੋਂ ਹੀ ਨਾਸ ਕਰ ਲੈਂਦੇ ਹਨ। ਜਿਨ੍ਹਾਂ ਦਾ ਮਨ ਸਿਮਰਨ ਦੇ ਵਿੱਚ ਸਦਾ ਦੇ ਲਈ ਭਿੱਜਿਆ ਰਹਿੰਦਾ ਹੈ। ਨਾਮ ਵਿਖੈ ਨਿਜ ਬ੍ਰਿਤ ਟਿਕਾਵੋ। ਕਹਿ ਲੱਗੇ ਪਤ ਪਹਿਲਾ ਜੀ, ਪਿਤਾ ਜੀ ਦੇਖੋ ਕਾਹਨੂੰ ਐਵੇਂ ਇਤਨੀ ਘਬਰਾਹਟ, ਆ ਕਿਵੇਂ ਕ੍ਰੋਧ ਦੀਆਂ ਵੱਡੀਆਂ ਵੱਡੀਆਂ ਲਾਟਾਂ ਨਿਕਲੀਆਂ ਨੇ ਨਾ ਤੁਹਾਡੇ ਅੰਦਰੋਂ। ਮਨ ਦੇ ਵਿੱਚ ਸ਼ਾਂਤੀ ਚੈਨ ਕਿਉਂ ਨਹੀਂ ਧਾਰਨ ਕਰਦੇ ਹੋ? ਆਪਰ ਸਰਬ ਸੰਕਲਪ ਹਟਾਵੋ। ਤੁਹਾਨੂੰ ਤਾਂ ਚਿੱਤ ਦੇ ਵਿੱਚੋਂ ਸਾਰੇ ਹੀ ਸੰਕਲਪ ਦਾ ਵਿਕਲਪ ਇਹ ਨਾਸ
ਕਰਨੇ ਬਣਦੇ ਹਨ। ਇਸ ਪ੍ਰਕਾਰ ਮਨ ਜੀਤਿਓ ਜਾਈ। ਇਉਂ ਕਮਾਈ ਕਰਦਿਆਂ ਤੁਸੀਂ ਵੀ ਫਿਰ ਇਸ ਮਨ ਰੂਪੀ ਬੈਰੀ ਦੇ ਉੱਪਰ ਸਦਾ ਵਾਸਤੇ ਨਾ ਇਹ ਫਤਿਹ ਪ੍ਰਾਪਤ ਕਰ ਲੈਣੀ ਆ। ਜਦੋਂ ਮਨ ਰੂਪੀ ਦੁਸ਼ਮਣ ਜਿੱਤਿਆ ਗਿਆ, ਸਮਝ ਲਓ ਫਿਰ ਤੁਸੀਂ ਆਪਣੇ ਸਾਰੇ ਜਿਹੜੇ ਬੈਰੀਆਂ ਦੇ ਉੱਪਰ ਫਤਿਹ ਪ੍ਰਾਪਤ ਕਰ ਲਈ ਹੈ। ਸਰਬ ਦਿਗ ਵਿਜੈ ਤਬ ਤੂੰ ਪਾਈ। ਫਿਰ ਤੁਸੀਂ ਦਿਗ ਵਿਜੈ ਦੀ ਜਿਹੜੀ ਪਦਵੀ ਪ੍ਰਾਪਤ ਕਰ ਸਕਦੇ ਹੋ। ਬਿਨ ਮਨ ਜੀਤੇ ਸੋਰ ਕਹਾਵੇ। ਪਰ ਜਿਹੜੇ ਆਮ ਜਗਿਆਸੂ ਪ੍ਰਾਣੀ ਬਿਨਾ ਮਨ ਜਿੱਤੈ ਤੋਂ ਹੀ ਆਪਣੇ ਆਪ ਨੂੰ ਕਹਿੰਦੇ ਨੇ ਜੀ ਮੈਂ ਤਾਂ ਜੀ ਬੜਾ ਬਹੁਤ ਵੱਡਾ ਮਹਾਨ ਯੋਧਾ ਸੂਰਮਾ ਹਾਂ, ਮੇਰੇ ਅੱਗੇ ਕਿਹੜਾ ਆ ਕਰਕੇ ਅੜ ਸਕੇਗਾ। ਉਹਨਾਂ ਨੂੰ ਤਾਂ ਫਿਰ ਇੱਕ ਸੰਸਾਰ ਦੇ ਵਿੱਚ ਮੂਰਖਾਂ ਦੇ ਸਮਾਨ ਜਾਣਿਆ ਜਾਂਦਾ ਹੈ। ਅਦਕ ਆਪ ਕੋ ਬਲੀ ਗਿਨਾਵੇ। ਅਧਿਕ ਆਪ ਕੋ ਬਲੀ ਗਨਾਵੇ, ਆਪਣੇ ਆਪ ਨੂੰ ਬੜੇ ਬਲਵਾਨ ਯੋਧੇ ਸੂਰਮੇ ਦਲੇਰ ਜੋ ਵੀ ਕੌਣ ਵਾਲੇ ਹਨ। ਮਹਿਤ ਪੁਰਖ ਤਿਹ ਜਨ ਹੋ ਮੂੜਾ। ਪਰ ਜਿਹੜੇ ਨੇ ਮਹਾਤਮਾ ਸਾਧੂ ਖੁਦਾ ਦੇ ਦਰਵੇਸ਼, ਉਹਨੂੰ ਤਾਂ ਬਸ ਇੱਕ ਮੂਰਖ ਦੇ ਸਮਾਨ ਹੀ ਸਮਝਦੇ ਨੇ ਵੀ ਜਿਹੜਾ ਬੈਰੀ ਜਿੱਤਣਾ ਸੀ ਉਹ ਤਾਂ ਜਿੱਤਿਆ ਨਹੀਂ। ਆ ਮਨੁੱਖਾਂ ਨੂੰ ਐਵੇਂ ਵੱਡੇ ਵੱਡੇ ਅਖਾੜਿਆਂ ਦੇ ਵਿੱਚ ਜਾ ਕਰਕੇ ਢਾਈ ਜਾਂਦਾ ਹੈ। ਲਖ ਨਾ ਸਕਾਈ ਭੇਦ ਜੋ ਗੂੜਾ। ਪਰ ਜਿਹੜਾ ਆਤਮਾ ਦਾ ਗੂੜਾ ਭੇਦ ਹੈ ਨਾ ਅੰਦਰਲਾ, ਉਹਨੂੰ ਫਿਰ ਉਹ ਕਦੇ ਵੀ ਚਿੱਤ ਦੇ ਵਿੱਚ ਜਾਣ ਨਹੀਂ ਸਕਦੇ ਹਨ। ਸੁਨੀ ਸਰਾਉਣ ਮਹਿ ਜਬ ਅਸ ਬਾਨੀ। ਹੁਣ ਜਦੋਂ ਹਰਨਾਕਸ਼ ਨੇ ਐਸੇ ਆਪਣੇ ਸਾਹਿਬਜ਼ਾਦੇ ਦੇ ਕੋਲੋਂ ਨਾ ਬੜੇ ਪਰਮਾਰਥਕ ਬਚਨ ਕੰਨਾਂ ਦੇ ਨਾਲ ਸੁਣੇ ਸਨ। ਫਿਰਨ ਕਸ਼ਪ ਮਤ ਮੋੜ ਗੁਮਾਨੀ। ਹਰਨਾਕਸ਼ ਦੇ ਮਨ ਦੇ ਵਿੱਚ ਬੜਾ ਮਾਨ ਹੈ ਨਾ, ਹੰਕਾਰ ਹੈ। ਇਹ ਹੁਣ ਆਪਣੇ ਆਪ ਨੂੰ ਹੀ ਉਹ ਰੱਬ ਮੰਨੀ ਬੈਠਾ ਸੀ ਵੀ ਮੈਂ ਖੁਦਾ ਬਣ ਗਿਆ, ਮੈਂ ਆਪ ਹੀ ਪਰਮਾਤਮਾ, ਮੈਨੂੰ ਧਰਤੀ ਦੇ ਉੱਪਰ ਕੋਈ ਵੀ ਮਾਰ ਨਹੀਂ ਸਕੇਗਾ। ਔਰ ਮਹਿ ਪ੍ਰਗਟੀ ਰਿਸ ਹੈ ਬਹੁਤੀ। ਉਸ ਸਮੇਂ ਫਿਰ ਇਸ ਦੇ ਮਨ ਦੇ ਅੰਦਰ ਅਗਨੀ ਦੇ ਵੱਡੇ ਵੱਡੇ ਜਿਹੜੇ ਭਾਂਬੜ ਪੈਦਾ ਹੋਣ ਲੱਗ ਪਏ। ਜਿਵੇਂ ਜਿੱਤਾ ਹੋਵੇ ਛੋਟੀ ਜੀ ਲਾਟ ਅੱਗ ਦੀ, ਉਹਦੇ ਉੱਪਰ ਅਚਾਨਕ 2-4 ਕਿਲੋ ਘਿਓ ਪੈਦਾ ਜਾਏ। ਫਿਰ ਉਹ ਜਿਹੜੀਆਂ ਵੱਡੀਆਂ ਵੱਡੀਆਂ ਅਗਨੀ ਦੀਆਂ ਲਾਟਾਂ ਤਾਂ ਉਹ ਲੱਗਦਾ ਵੀ ਜਿਵੇਂ ਅਸਮਾਨ ਨੂੰ ਛੂਹਣ ਲੱਗ ਪਈਆਂ ਹਨ। ਇਹੋ ਜਿਹੇ ਕ੍ਰੋਧ ਦੇ ਔਰ ਗੁੱਸੇ ਦੇ ਭਾਂਬੜੇ ਦੇ ਮਨ ਦੇ ਅੰਦਰ ਪੈਦਾ ਹੋ ਗਏ। ਅਗਨ ਬਰਤ ਜਨ ਪਾਏ ਅਹੋਤੀ। ਬਚਨ ਕਾਦੇ ਸੁਣਾਏ ਭਗਤ ਪ੍ਰਹਿਲਾਦ ਜੀ ਨੇ। ਮਾਨੋ ਉਸ ਕ੍ਰੋਧ ਰੂਪੀ ਅੱਗ ਦੇ ਉੱਪਰ ਨਾ ਹੋਰ ਜ਼ਿਆਦਾ ਇਹਨਾਂ ਨੇ ਹੂਤੀ ਘਿਓ ਵਗੈਰਾ ਪਾ ਦਿੱਤਾ ਹੈ। ਕੰਪਤ ਦੇਹ ਲਾਲ ਯਤ ਨੈਨਾ। ਇਹ ਇਹੋ ਜਿਹਾ ਬਾਤ ਸੁਣ ਕੇ ਬਚਨ ਭਗਤ ਪ੍ਰਹਿਲਾਦ ਜੀ ਦੇ ਕੋਲੋਂ ਹੁਣ ਹਰਨਾਕਸ਼ ਦਾ ਕੱਲਾ ਕੱਲਾ ਜਿਹੜਾ ਅੰਗ ਬੜਾ ਕੰਬਣ ਲੱਗ ਪਏ ਹੈ। ਕਾਟਤ ਅਦਰ ਨਾ ਚਿਤ ਨਹਿ ਚੈਨਾ। ਮਨ ਦੇ ਵਿੱਚ ਸ਼ਾਂਤੀ ਚੈਨ ਤਾਂ ਹੈ ਹੀ ਨਹੀਂ ਇਹਦੇ ਪਹਿਲਾਂ ਤੋਂ ਹੀ। ਕ੍ਰੋਧ ਦੇ ਵਿੱਚ ਆ ਕੇ ਜਿਵੇਂ ਕਹਿੰਦੇ ਆ ਵੀ ਇਹ ਤਾਂ ਆਪਣੇ ਦੰਦਾਂ ਨੂੰ ਵੀ ਬੜਾ ਪੀਸਣ ਲੱਗ ਪਿਆ ਸੀ। ਨਖ ਸਿਖ ਦਾਰੁਨਾ ਬੀਖ ਬਨਾਵਾ। ਹਰਨਾਕਸ਼ ਨੇ ਗੁੱਸੇ ਦੇ ਵਿੱਚ ਆ ਕੇ ਪੈਰ ਦੇ ਅੰਗੂਠੇ ਤੋਂ ਲੈ ਕੇ ਨਾ ਸਿਰ ਤੱਕ ਆਪਣਾ ਜਿਹੜਾ ਬਹੁਤ ਹੀ ਭਿਆਨਕ ਦੁਖਦਾਈ ਐਸਾ ਰੂਪ ਬਣਾ ਲਿਆ। ਨਾਸੈ ਨਿਕਸ ਧੂਮ ਨਭ ਛਾਵਾ। ਇਹਦੀਆਂ ਨਾਸਾਂ ਦੇ ਵਿੱਚੋਂ ਨਿਕਲ ਕਰਕੇ ਜਿਹੜਾ ਧੂਆਂ ਤਿੰਨੇ ਲੋਕਾਂ 'ਚ ਚਾਰੇ ਪਾਸੇ ਛਾ ਗਿਆ।
ਜਿਹੜੇ ਵਿਚਾਰੇ ਜੀਵ ਪ੍ਰਾਣੀ ਉਹਨਾਂ ਦਾ ਸਾਹ ਵੀ ਬੰਦ ਹੋਣ ਵਾਲਾ ਹੋ ਗਿਆ ਹੈ। ਹੋਤੇ ਸਭਾ ਸਦ ਜੇ ਤਿਹ ਥਾਨਾ। ਹੁਣ ਜਿਹੜੇ ਦੇ ਅਮੀਰ ਵਜ਼ੀਰ ਹੋਰ ਬਹੁਤ ਸਾਰੇ ਦੈਤ ਰਾਕਸ਼ ਨੌਕਰ ਚਾਕਰ ਜੋ ਵੀ ਸਭਾ ਦੇ ਵਿੱਚ ਇਹਦੇ ਪਾਸ ਬੈਠੇ ਸਨ, ਡਰ ਕਰ ਧਰ ਕੇ ਕਛ ਨਾ ਬਖਾਨਾ। ਉਹਨਾਂ ਵਿਚਾਰਿਆਂ ਨੇ ਡਰਦਿਆਂ ਮਾਰਿਆਂ ਕੋਈ ਵੀ ਆਪਣੇ ਵੱਲੋਂ ਬਚਨ ਨਹੀਂ ਕੀਤਾ ਰਨਾਕਸ਼ ਦੇ ਪਾਸ। ਦੋਹਰਾ ਸਤਿਗੁਰ ਮਮ ਬੇਰੀ ਕਟੋ। ਅਗਲਾ ਅਧਿਆਇ ਆਰੰਭ ਕਰਦੇ ਹੋਇਆ ਕਵੀ ਜੀ ਸਤਿਗੁਰੂ ਜੀ ਦੇ ਚਰਨਾਂ 'ਚ ਬੜੀਆਂ ਐਸੀਆਂ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦੇ ਨੇ। ਸਤਿਗੁਰ ਮਮ ਬੇਰੀ ਕਟੋ। ਆ ਜਿਹੜੀ ਬੇੜੀ ਤਾਂ ਪੈਂਦੀ ਹੈ ਪੈਰਾਂ 'ਚ, ਹੱਥਕੜੀ ਲਗਾਉਂਦੇ ਨੇ ਕੈਦੀਆਂ ਦੇ ਹੱਥਾਂ ਨੂੰ। ਸਤਿਗੁਰ ਮਮ ਬੇਰੀ ਕਟੋ ਵੀ ਇਹੋ ਜੀ ਜਿਹੜੀ ਬੇੜੀ ਨਾ ਜਨਮ ਤੇ ਮਰਨ ਦੀ ਮੇਰੇ ਪੈਰਾਂ 'ਚ ਪਈ ਹੋਈ ਹੈ। ਨਿਜ ਬੇਰੀ ਪਰ ਚਾੜ। ਆਪਣੀ ਨਾਮ ਰੂਪੀ ਬੇੜੀ ਦੇ ਉੱਪਰ ਚਾੜ ਕਰਕੇ ਇਸ ਬੇਰੀ ਹਵਾ ਭਵ ਸੁਪਲ। ਇਹੋ ਜੀ ਕਿਰਪਾ ਕਰ ਦਿਓ ਮੇਰੇ ਉੱਪਰ। ਬੜਾ ਲੰਮਾ ਸਮਾਂ ਹੋ ਗਿਆ ਭਟਕਦਿਆਂ ਹੋਇਆਂ ਨੂੰ, ਇਹ ਬੇਰੀ ਹੋਏ ਭਵ ਸਫਲ ਵੀ ਐਸੇ ਮਨੁੱਖਾ ਜਨਮ ਦੇ ਵਿੱਚ ਮੈਨੂੰ ਸਫਲਤਾ ਪ੍ਰਾਪਤ ਹੋ ਜਾਏ। ਬਿਨ ਬੇਰੀ ਕਰ ਪਾਰ। ਆਪਨੇ ਮੇਰੇ ਵਰਗਿਆਂ ਗੁਨਾਹੀਆਂ ਪਾਪੀਆਂ ਦੋਟਾਂ ਨੂੰ ਵੀ ਬਿਨਾਂ ਦੇਰੀ ਤੋਂ ਪਾਰ ਕਰ ਦੇਣਾ। ਸ਼੍ਰੀ ਬਾਲਾ ਸੁੰਦਰ ਵਾਚ। ਭਾਈ ਬਾਲਾ ਜੀ ਇਹ ਸਾਰੀ ਪਾਵਨ ਕਥਾ ਖੰਡੂਰ ਸਾਹਿਬ ਦੀ ਧਰਤੀ ਦੇ ਉੱਪਰ ਸਰੋਤਿਆਂ ਨੂੰ ਸੁਣਾਉਂਦਿਆਂ ਹੋਇਆਂ ਆਪਣੇ ਵੱਲੋਂ ਬੇਨਤੀ ਕਰਦੇ ਨੇ। ਚੌਪਾਈ ਸ਼੍ਰੀ ਗੁਰੂ ਅੰਗਦ ਜੀ ਇਹ ਕਥਾ। ਉਸ ਸਮੇਂ ਸਤਿਗੁਰੂ ਅੰਗਦ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਰੋਜ਼ ਦੀ ਰੋਜ਼ ਗੁਰੂ ਬਾਬਾ ਜੀ ਦਾ ਜਿਹੜਾ ਹੈ ਪਾਵਨ ਇਤਿਹਾਸ ਸਾਨੂੰ ਇੱਕ ਸਿੱਖਿਆ ਦੇਣ ਦੇ ਲਈ ਸੰਗਤਾਂ ਦੇ ਵਿੱਚ ਬੈਠ ਕਰਕੇ ਉਸ ਸਮੇਂ ਸੁਣਿਆ ਕਰਦੇ ਸੀ। ਜਥਾ ਪ੍ਰਹਿਲਾਦ ਭਨੀ ਸੁਨ ਤਥਾ। ਭਾਈ ਬਾਲਾ ਜੀ ਮਹਾਰਾਜ ਦੇ ਅੱਗੇ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਗਰੀਬਾਂ ਨਵਾਜ ਮੈਂ ਭਗਤ ਪ੍ਰਹਿਲਾਦ ਨੇ ਮੈਨੂੰ ਆਪਣਾ ਸਾਰਾ ਪ੍ਰਸੰਗ ਸੁਣਾਇਆ ਤੇ ਉਸੇ ਤਰ੍ਹਾਂ ਮੈਂ ਆਪਦੇ ਪਾਸ ਦੋਵੇਂ ਹੱਥ ਜੋੜ ਕਰਕੇ ਬੇਨਤੀ ਕਰਦਾ। ਹਿਰਨ ਕਸ਼ਪਾ ਸੁਨ ਵਿਸ਼ਨ ਉਪਾਸਨ। ਪਰ ਜਦੋਂ ਹਰਨਾਕਸ਼ ਨੂੰ ਐਨ ਚੰਗੀ ਤਰ੍ਹਾਂ ਮਨ ਦੇ ਵਿੱਚ ਦਰੜ ਯਕੀਨ ਭਰੋਸਾ ਹੋ ਗਿਆ ਵੀ ਤਾਂ ਹਾਲੇ ਵੀ ਜਿਹੜਾ ਮੇਰਾ ਹੈ ਜਾਨੀ ਦੁਸ਼ਮਣ ਬਣਿਆ ਹੋਇਆ ਵਿਸ਼ਨੂੰ ਭਗਵਾਨ ਉਹਦੀ ਉਪਾਸਨਾ ਦੇ ਵਿੱਚ ਜੁੜਿਆ ਹੋਇਆ ਹੈ। ਹੁਣ ਜਿਸ ਪ੍ਰਕਾਰ ਇਹਨੇ ਆਪਣੇ ਵੱਲੋਂ ਭਗਤ ਪ੍ਰਹਿਲਾਦ ਨੂੰ ਬੜੀ ਤਾੜਨਾ ਦੇ ਬਚਨ ਕਹਿਣੇ ਨੇ ਰਸਨਾ ਤੋਂ, ਉਸ ਭਰਸਾਂ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜਾ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਹਿਰਨ ਕਸ਼ਪਾ ਸੁਨ ਵਿਸ਼ਨ ਉਪਾਸਨ। ਭਇਓ ਕ੍ਰੋਧ ਮੈਂ ਮਨ ਹੋ ਹੁਤਾਸਨ। ਹਿਰਨ ਕਸ਼ਪ ਸੁਨ ਵਿਸ਼ਨ ਉਪਾਸਨ। ਭਇਓ ਕ੍ਰੋਧ ਮੈਂ ਮਨ ਹੋ ਹੁਤਾਸਨ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ। ਅਗ